ਆਪ ਸਭ ਦਾ ਸਵਾਗਤ ਹੈ YouTube ਚੈਨਲ ਸਬਜੈਕਟ ਮਾਸਟਰਸ ਦੇ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫੀਸਰ CDPO ਦੀਆਂ ਜਿਹੜੀਆਂ ਵੇਕੈਂਸੀਜ਼ ਆਊਟ ਹੋਈਆਂ ਨੇ ਆਪਾਂ ਨੇ ਉਸ ਦਾ ਜਿਹੜਾ ਪਾਰਟ A ਯੂਨਿਟ 1 ਜਿਹੜੀ ਸਟਾਰਟ ਕੀਤੀ ਹੋਈ ਹੈ। ਆਲਰੇਡੀ ਕਾਫੀ ਸਾਰੇ ਟੌਪਿਕ ਜਿਹੜੇ ਆਪਾਂ ਡਿਸਕਸ ਕਰ ਚੁੱਕੇ ਹਾਂ। ਦੈਨ ਉਸ ਦੇ ਰਿਲੇਟਡ ਜਿੰਨੇ ਕੁ ਟੌਪਿਕ ਹੁਣ ਤੱਕ ਆਪਾਂ ਨੇ ਡਿਸਕਸ ਕੀਤੇ ਹੈ ਉਹਨਾਂ ਦੇ ਰਿਲੇਟਡ ਆਪਾਂ MCQ ਜਿਹੜੇ ਕਰ ਰਹੇ ਹਾਂ। ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਨੇ ਜਿਹੜੇ ਮੇਬੀ 10 ਕੁ MCQ ਜਿਹੜੇ ਡਿਸਕਸ ਕਰ ਲਏ ਨੇ। ਨੈਕਸਟ MCQ ਅੱਜ ਆਪਾਂ ਡਿਸਕਸ ਕਰਾਂਗੇ। ਵੈਸੇ ਮੈਨੂੰ ਲੱਗਦਾ ਕਿ ਮੈਨੂੰ ਇੱਥੇ 11 ਤੋਂ ਸਟਾਰਟ ਕਰਨਾ ਚਾਹੀਦਾ ਸੀ, ਬਟ ਗਲਤੀ ਨਾਲ ਮੈਂ ਫਸਟ ਤੋਂ ਹੀ ਸਟਾਰਟ ਕਰ ਲਿਆ। ਠੀਕ ਹੈ, 10 MCQ ਪਹਿਲਾਂ ਹੋ ਗਏ, ਦੈਨ 10 ਤੋਂ ਬਾਅਦ ਅੱਜ ਜਿਵੇਂ 11 ਤੋਂ ਆਪਾਂ ਨੇ ਸਟਾਰਟ ਕਰਨਾ ਸੀ। ਅਤੇ ਫ੍ਰੀ ਆਫ ਕਾਸਟ ਇਸ ਚੈਨਲ 'ਤੇ ਆਪਾਂ CDPO ਦੇ ਜਿਹੜੇ ਪੇਪਰ ਦੀ ਤਿਆਰੀ ਜਿਹੜੀ ਸਟਾਰਟ ਕੀਤੀ ਹੋਈ ਹੈ। ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ, ਆਪਣੀਆਂ ਪਹਿਲਾਂ ਵਾਲੀ ਵੀਡੀਓਜ਼ ਜ਼ਰੂਰ ਦੇਖੋ, ਤਾਂ ਹੀ ਤੁਸੀਂ ਜਿਹੜੇ MCQ ਕੁਐਸਚਨ ਸੋਲਵ ਕਰ ਸਕਦੇ ਹੋ। ਅਤੇ ਬਾਕੀ ਜਿਹੜੇ ਕੈਂਡੀਡੇਟ ਆਪਣਾ ਤੁਸੀਂ ਨੋਟ ਕਰ ਰਹੇ ਹੋ ਨੋਟਬੁੱਕ 'ਤੇ MCQ ਸੋਲਵ ਕਰਨ ਤੋਂ ਪਹਿਲਾਂ, ਠੀਕ ਹੈ, ਜਿਵੇਂ ਅੱਜ ਦੀ ਜਿਹੜੇ ਇਹ ਵੀਡੀਓ ਇਹਦੇ 'ਚ ਮੇਨਲੀ MCQ ਜਿਹੜੇ ਆਪਾਂ ਲਏ ਹੈ, ਜਿਵੇਂ ਪ੍ਰਿੰਸੀਪਲ ਆਫ ਡਿਵੈਲਪਮੈਂਟ 'ਚੋਂ ਵੀ ਲਏ ਨੇ, ਸਟੇਜਸ ਆਫ ਡਿਵੈਲਪਮੈਂਟ 'ਚੋਂ, ਗਰੋਥ ਡਿਵੈਲਪਮੈਂਟ ਦੀ ਡਿਫਰੈਂਸ ਮੀਨਸ ਟੌਪਿਕ 'ਚੋਂ ਲਏ ਨੇ। ਉਹ ਤੋਂ ਬਿਨਾਂ ਜਿਹੜਾ ਜੀਨ ਪਿਆਜ਼ੇ ਸੀ ਉਹਦੀ ਥਿਊਰੀ ਦੇ ਰਿਲੇਟਡ ਜਿਹੜੇ MCQ ਕੁਐਸਚਨ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਤਾਂ ਤੁਸੀਂ MCQ ਕੁਐਸਚਨ ਦੇਖਣ ਤੋਂ ਪਹਿਲਾਂ ਜੀਨ ਪਿਆਜ਼ੇ ਦੀ ਥਿਊਰੀ, ਗਰੋਥ ਅਤੇ ਡਿਵੈਲਪਮੈਂਟ ਦਾ ਪ੍ਰਿੰਸੀਪਲ, ਸਟੇਜਸ ਡਿਵੈਲਪਮੈਂਟ ਦੀਆਂ, ਠੀਕ ਹੈ, ਇਹਨਾਂ ਨੂੰ ਜ਼ਰੂਰ ਜਿਹੜਾ ਆਪਣਾ ਧਿਆਨ ਨਾਲ ਪੜ੍ਹੋ ਤਾਂ ਜੋ ਤੁਸੀਂ MCQ ਕੁਐਸਚਨ ਨੇ ਜਿਹੜੇ ਉਹ ਸੋਲਵ ਕਰ ਸਕੋ। ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਕਿੰਨੇ ਮਾਰਕਸ ਬਣੇ ਨੇ। ਠੀਕ ਹੈ, ਦੇਖੋ MCQ ਜਿਹੜੇ ਤੁਸੀਂ ਕਰਨੇ ਨੇ, ਵੀਡੀਓ ਨੂੰ ਵਿੱਚ ਰੋਕ ਕੇ ਖੁਦ ਆਨਸਰ ਟਰਾਈ ਕਰੋ, ਫਿਰ ਚੈੱਕ ਕਰੋ ਕਿ ਜਿਹੜਾ ਆਨਸਰ ਮੈਂ ਇੱਥੇ ਟਿਕ ਕਰਵਾਇਆ ਕਿ ਤੁਸੀਂ ਸੇਮ ਆਨਸਰ ਉਹੀ ਟਿਕ ਕੀਤਾ, ਜਾਂ ਅਗਰ ਤੁਹਾਡਾ ਆਨਸਰ ਗਲਤ ਹੈ ਤਾਂ ਕੀ ਗਲਤੀ ਆ ਉਹਦੇ 'ਚ, ਕਰੈਕਟ ਆਨਸਰ ਕੀ ਆ, ਆਪਣਾ ਚੈੱਕ ਕਰੋ। ਤਾਂ ਹੀ ਤੁਸੀਂ ਮਤਲਬ ਪੇਪਰ ਕਰੈਕ ਕਰ ਸਕਦੇ ਹੋ, ਤਾਂ ਹੀ ਤੁਹਾਨੂੰ ਉਦੋਂ ਤੱਕ ਉਹ ਚੀਜ਼ ਲਰਨ ਰਹੂਗੀ, ਯਾਦ ਰਹੂਗੀ। ਇਕੱਲੀ ਜਿਹੜੀ ਮੈਂ ਹੁਣ ਤੱਕ ਜਿਵੇਂ ਵੀ ਥਿਊਰੀ ਪੜ੍ਹਾਈ ਹੈ ਨਾ, ਤੁਹਾਨੂੰ ਥਿਊਰੀ ਪੋਰਸ਼ਨ ਤਾਂ ਆਪਾਂ ਨੂੰ ਹੁੰਦਾ ਵੀ ਆਪਾਂ ਪੂਰਾ ਡਿਟੇਲ 'ਚੋਂ ਟੌਪਿਕ ਪੜ੍ਹ ਲਿਆ, ਪੇਪਰ ਦੇ ਵਿੱਚ ਤਾਂ ਆਪਾਂ ਨੂੰ MCQ ਕੁਐਸਚਨ ਹੀ ਆਊਗਾ ਨਾ। ਤਾਂ ਜਿਹੜੇ MCQ ਕੁਐਸਚਨ ਨੇ ਉਸੇ ਤਰੀਕੇ ਦੇ MCQ ਕੁਐਸਚਨ ਆਪਾਂ ਲੈ ਕੇ ਆਏ ਹਾਂ ਜਿਸ ਤਰ੍ਹਾਂ ਦੇ ਆਪਾਂ ਨੂੰ ਲੱਗਦਾ ਕਿ ਪੇਪਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ। ਠੀਕ ਹੈ ਜੀ, ਤਾਂ ਆਪਣਾ ਤੁਸੀਂ ਧਿਆਨ ਨਾਲ ਜਿਹੜਾ ਸਮਝਿਓ ਇਹ। ਚਲੋ ਆਪਾਂ ਸਟਾਰਟ ਕਰਨ ਲੱਗੇ ਹਾਂ ਫਸਟ MCQ ਤੋਂ। ਫਸਟ MCQ ਆਪਣਾ ਹੈਗਾ ਵਟ ਇਜ਼ ਦਾ ਏਜ ਗਰੁੱਪ ਆਫ ਅਰਲੀ ਚਾਈਲਡਹੁੱਡ। ਅਰਲੀ ਚਾਈਲਡਹੁੱਡ ਏਜ ਗਰੁੱਪ ਹੈ ਜਿਹੜੀ 2 to 6 years ਆਪਸ਼ਨਸ ਦਿੱਤੀਆਂ ਨੇ, ਬਰਥ ਟੂ 2 year, 11 ਐਂਡ ਅਬਵ 12 to 18 year। ਜਿਹੜੀ ਅਰਲੀ ਚਾਈਲਡਹੁੱਡ ਦੀ ਏਜ ਹੈ ਉਹਦੇ ਬਾਰੇ ਇਹਨਾਂ ਨੇ ਆਪਾਂ ਨੂੰ ਦੱਸਣਾ, ਆਪਾਂ ਨੇ ਨੀਚੋਂ ਕਿ ਕਿਹੜੀ ਏਜ ਹੈ ਜੀ। 2 ਤੋਂ 6 ਸਾਲ ਦੀ ਜਿਹੜੀ ਏਜ ਹੈ ਉਹ ਅਰਲੀ ਚਾਈਲਡਹੁੱਡ ਏਜ ਹੈ। ਆਪਾਂ ਨੇ ਇਨਫੈਂਸੀ ਦੀ ਏਜ ਪੜ੍ਹੀ ਹੈ, ਅਰਲੀ ਚਾਈਲਡਹੁੱਡ ਦੀ, ਲੇਟਰ ਚਾਈਲਡਹੁੱਡ ਦੀ, ਠੀਕ ਹੈ, ਐਡੋਲਸੈਂਸ ਦੀ। ਇਹ ਸਾਰੀਆਂ ਜਿਹੜੀਆਂ ਆਪਾਂ ਨੇ ਸਟੇਜਸ ਪੜ੍ਹੀਆਂ ਸੀ ਡਿਵੈਲਪਮੈਂਟ ਦੀਆਂ। ਉਮੀਦ ਹੈ ਤੁਹਾਨੂੰ ਇਹਦਾ ਆਨਸਰ ਤੁਸੀਂ ਸਹੀ ਟਿਕ ਕੀਤਾ ਹੋਊਗਾ। ਨੈਕਸਟ ਸੈਕਿੰਡ ਕੁਐਸਚਨ, ਅਕੋਰਡਿੰਗ ਟੂ ਡੈਸ਼, ਇੱਥੇ ਬਲੈਂਕਸ ਹੈ, ਡੈਸ਼ ਐਡੋਲਸੈਂਸ ਇਜ਼ ਦਾ ਏਜ ਆਫ ਸਟ੍ਰੈਸ ਐਂਡ ਸਟੋਰਮ। ਤੂਫਾਨ ਅਤੇ ਤਣਾਅ, ਤਣਾਅ ਅਤੇ ਤੂਫਾਨ ਦੀ ਏਜ ਹੈ ਜਿਹੜੀ ਐਡੋਲਸੈਂਸ ਹੈ, ਅਕੋਰਡਿੰਗ ਟੂ ਕਿਸ ਦੇ ਅਕੋਰਡਿੰਗ? ਵੁਡਸਵਰਥ, ਸਟੇਨਲੇ ਹਾਲ, ਵਾਟਸਨ, ਨਨ ਆਫ ਦੀਜ਼। ਸਟੇਨਲੇ ਹਾਲ ਪੜ੍ਹਿਆ ਸੀ ਨਾ, B ਆਪਸ਼ਨ ਜਿਹੜਾ ਇਹਦਾ ਕਰੈਕਟ ਆਨਸਰ ਹੈ। ਨੈਕਸਟ ਸਾਡੇ ਕੋਲ ਆ ਗਿਆ ਜੀ ਕੁਐਸਚਨ ਨੰਬਰ 3 ਲਿਖਣਾ ਸੀ ਬਟ 4th ਲਿਖਿਆ ਗਿਆ, ਚਲੋ 4th ਹੀ ਮੰਨ ਲੈਣੇ ਨੂੰ। ਅ ਚਾਈਲਡ ਆਫ 6 or 7 years old is not able to accept others viewpoint because he is। ਕੋਈ ਵੀ ਚਾਈਲਡ ਹੈ ਜਿਹਦੀ ਏਜ ਇਹਨਾਂ ਨੇ ਦਿੱਤੀ ਹੈ ਕਿ 6 ਤੋਂ 7 ਸਾਲ ਦੀ ਉਮਰ ਹੈ, ਕਹਿੰਦੇ not able to accept others viewpoint because he is egocentric, too young, not intelligent, not active।
6-7 ਸਾਲ ਦਾ ਬੱਚਾ ਕਹਿੰਦੇ ਅਦਰ ਕਿਸੇ ਹੋਰ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਮਤਲਬ ਕਿ ਉਹ ਸੋਚ ਸਕਦਾ ਹੈਗਾ। ਕਿਉਂ? ਆਪਾਂ ਨੇ ਪੜ੍ਹਿਆ ਸੀ, ਦੇਖੋ ਕਿਉਂ ਈਗੋਸੈਂਟਰਿਕ ਹੈ। ਈਗੋਸੈਂਟਰਿਕ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ 'ਚ ਈਗੋ ਹੈ। ਈਗੋਸੈਂਟਰਿਕ ਮਤਲਬ ਹੁੰਦਾ ਕਿ ਉਹ ਸਿਰਫ ਇਹ ਸੋਚਦਾ ਵੀ ਜਿਵੇਂ ਕੋਈ ਚੀਜ਼ ਮੈਨੂੰ ਲੱਗਦੀ ਹੈ, ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਹੈ, ਜਿਵੇਂ ਕੋਈ ਚੀਜ਼ ਮੈਨੂੰ, ਮੰਨ ਲਓ ਕਿ ਉਹ ਬੱਚਾ ਸੋਚਦਾ ਅਗਰ ਉਹਨੂੰ ਡੌਗ ਤੋਂ ਡਰ ਲੱਗਦਾ ਤਾਂ ਉਹਨੂੰ ਇਹ ਲੱਗਦਾ ਕਿ ਬਾਕੀ ਸਾਰਿਆਂ ਨੂੰ ਵੀ ਡੌਗ ਤੋਂ ਡਰ ਲੱਗਦਾ। ਠੀਕ ਹੈ, ਅਗਰ ਆਪਾਂ ਐਗਜ਼ਾਮਪਲ ਲੈ ਕੇ ਸਮਝਣਾ ਹੋਵੇ, ਮੰਨ ਲਓ ਉਹਨੂੰ ਕੋਈ ਚੀਜ਼ ਪਸੰਦ ਹੈ, ਖੇਡਣ ਨੂੰ ਕੋਈ ਗੇਮ ਪਸੰਦ ਹੈ, ਤਾਂ ਉਹਨੂੰ ਲੱਗਦਾ ਕਿ ਬਾਕੀ ਸਾਰਿਆਂ ਨੂੰ ਵੀ ਜਿਹੜੀ ਇਹ ਗੇਮ ਪਸੰਦ ਹੈ। ਮੀਨਜ਼ ਉਹ ਕੀ ਕਰਦਾ ਹੈ, ਆਪਣੇ ਪੁਆਇੰਟ ਆਫ ਵਿਊ ਤੋਂ ਸੋਚਦਾ ਹੈ, ਕਿਸੇ ਹੋਰ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਸੋਚ ਸਕਦਾ। ਠੀਕ ਹੈ, ਤਾਂ ਉਹਨੂੰ ਅਸੀਂ ਈਗੋਸੈਂਟਰਿਕ ਬੋਲਦੇ ਹਾਂ। ਨੈਕਸਟ 5th ਕੁਐਸਚਨ, ਸੌਰੀ 5th ਕੁਐਸਚਨ। 5th ਕੁਐਸਚਨ ਕਹਿੰਦੇ ਵਟ ਡਜ਼ ਗਰੋਥ ਮੀਨਸ। ਗਰੋਥ ਦਾ ਕੀ ਮਤਲਬ ਹੈ? ਬਿਹੇਵੀਅਰ ਚੇਂਜਸ, ਆਪਣੇ ਵਿਵਹਾਰ 'ਚ ਜਿਹੜਾ ਚੇਂਜ ਆਉਂਦਾ ਹੈ, ਫਿਜ਼ੀਕਲ ਚੇਂਜ, ਸੋਸ਼ਲ ਚੇਂਜ ਜਾਂ ਨਨ ਆਫ ਦੀਜ਼। ਗਰੋਥ ਤੇ ਡਿਵੈਲਪਮੈਂਟ ਦੋ ਚੀਜ਼ਾਂ ਆਪਾਂ ਨੇ ਪੜ੍ਹੀਆਂ ਸੀ। ਗਰੋਥ ਮੀਨਸ ਹੁੰਦਾ ਹੈ ਹਾਈਟ, ਵੇਟ, ਮਤਲਬ ਕਿ ਓਨਲੀ ਫਿਜ਼ੀਕਲ ਚੇਂਜ। ਜੇ ਇਹਦੇ ਉਲਟਾ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਜਿਹਦੇ 'ਚ ਓਵਰਆਲ ਚੇਂਜਸ ਆ ਜਾਂਦੀਆਂ ਨੇ, ਫਿਜ਼ੀਕਲ ਚੇਂਜ ਵੀ, ਸੋਸ਼ਲ ਚੇਂਜ ਵੀ, ਕੋਗਨੀਟਿਵ ਡਿਵੈਲਪਮੈਂਟ ਮਤਲਬ ਇਮੋਸ਼ਨਲੀ ਵੀ, ਇੰਟਲੈਕਚੁਅਲੀ ਵੀ, ਹਰੇਕ ਤਰੀਕੇ ਦੀ ਜਿਹੜੀ ਚੇਂਜਸ ਹੁੰਦੀ ਹੈ। ਠੀਕ ਹੈ, ਤਾਂ ਗਰੋਥ ਮੀਨਸ ਹੁੰਦਾ ਫਿਜ਼ੀਕਲ ਚੇਂਜ। ਬੀ ਆਪਸ਼ਨ ਜਿਹੜਾ ਇਹਦਾ ਕਰੈਕਟ ਆਨਸਰ ਹੈ। ਨੈਕਸਟ ਸਾਡੇ ਕੋਲ ਆ ਗਿਆ ਜੀ ਕੁਐਸਚਨ ਨੰਬਰ 6, ਦ ਸੈਂਟਰਲ ਫੋਕਸ ਆਫ ਚਾਈਲਡ ਸਾਈਕੋਲੋਜੀ ਇਜ਼। ਜਿਹੜੀ ਚਾਈਲਡ ਸਾਈਕੋਲੋਜੀ ਹੈ, ਠੀਕ ਹੈ, ਉਹਦੇ ਵਿੱਚ ਜਿਹੜਾ ਸੈਂਟਰਲ ਫੋਕਸ, ਮੇਨ ਫੋਕਸ ਕਿਤੇ ਕੀਤਾ ਜਾਂਦਾ ਹੈ, ਗੁੱਡ ਟੀਚਰ, ਟੀਚਿੰਗ ਮੈਥਡ, ਪੜ੍ਹਾਉਣ ਦੇ ਤਰੀਕਿਆਂ 'ਤੇ, ਚਾਹੇ ਚੰਗਾ ਅਧਿਆਪਕ ਜਾਂ ਸਕੂਲ 'ਤੇ ਜਾਂ ਫਿਰ ਚਾਈਲਡ 'ਤੇ। ਡੀ ਆਪਸ਼ਨ ਜਿਹੜਾ ਦਾ ਕਰੈਕਟ ਆਨਸਰ ਹੈ ਜੀ। ਚਾਈਲਡ ਸਾਈਕੋਲੋਜੀ ਦੇ ਵਿੱਚ ਜਿਹੜਾ ਮੇਨ ਫੋਕਸ ਬੱਚੇ 'ਤੇ ਦਿੱਤਾ ਜਾਂਦਾ ਹੈ। ਕੁਐਸਚਨ ਨੰਬਰ 7, growth of a child is mainly related to। growth of child ਕਹਿੰਦੇ mainly related to moral development, social development, physical development ਜਾਂ ਫਿਰ ਇਮੋਸ਼ਨਲ ਡਿਵੈਲਪਮੈਂਟ। ਆਪਾਂ ਨੇ ਡਿਵੈਲਪਮੈਂਟ ਦੀਆਂ ਟਾਈਪਸ ਪੜ੍ਹੀਆਂ ਸੀ, ਇਮੋਸ਼ਨਲ, ਮੋਰਲ, ਹੈ ਨਾ, ਕੋਗਨੀਟਿਵ, ਲੈਂਗੁਏਜ, ਅਲੱਗ-ਅਲੱਗ ਜਿਹੜੀਆਂ ਉਹਨਾਂ ਦੇ ਵਿੱਚ ਆਪਾਂ ਟਾਈਪਸ 'ਚ ਦੇਖਿਆ ਸੀ ਕਿ ਜਿਹੜੀ ਫਿਜ਼ੀਕਲ ਡਿਵੈਲਪਮੈਂਟ ਹੈ ਉਹਦੇ ਵਿੱਚ ਆਪਾਂ ਜਿਵੇਂ ਹਾਈਟ, ਵੇਟ, ਫਿਜ਼ੀਕਲੀ ਬਾਡੀ ਸ਼ੇਪ, ਬਾਡੀ ਦੇ ਜਿਹੜੇ ਚੇਂਜਸ ਆਉਂਦੀਆਂ ਨੇ, ਮਤਲਬ ਕਿ ਜਿਹੜੀ ਗਰੋਥ ਹੈ, ਗਰੋਥ ਦੇ ਵਿੱਚ ਇਕੱਲੀ ਆਪਾਂ ਫਿਜ਼ੀਕਲੀ ਚੇਂਜਸ ਦੀ ਗੱਲ ਕਰਦੇ ਹਾਂ, ਬਟ ਡਿਵੈਲਪਮੈਂਟ 'ਚ ਆਪਾਂ ਓਵਰਆਲ ਚੇਂਜਸ ਦੀ ਗੱਲ ਕਰਦੇ ਹਾਂ। ਤਾਂ ਜਿਹੜੀ ਗਰੋਥ ਹੈ ਉਹ ਕੀ ਹੈ? ਮੇਨਲੀ ਰਿਲੇਟਡ ਟੂ ਫਿਜ਼ੀਕਲ ਡਿਵੈਲਪਮੈਂਟ। ਸੀ ਆਪਸ਼ਨ ਜਿਹੜਾ ਇਹਦਾ ਕਰੈਕਟ ਆਨਸਰ ਹੈ। ਨੈਕਸਟ ਆ ਗਿਆ ਜੀ 8th ਕੁਐਸਚਨ, the overall changes that comes in a child are called development, growth, maturation, personality। ਜਿਹੜੀ overall change ਹੁੰਦੀ ਹੈ ਚਾਈਲਡ ਦੇ ਵਿੱਚ ਉਹਨੂੰ ਅਸੀਂ ਕੀ ਬੋਲਦੇ ਹਾਂ? ਡਿਵੈਲਪਮੈਂਟ। ਦੇਖੋ ਇੱਕ ਗਰੋਥ ਹੈ, ਇੱਕ ਡਿਵੈਲਪਮੈਂਟ ਹੈ। ਜਿਹੜੀ ਗਰੋਥ ਹੈ ਉਹ ਜਿਹੜੀ ਫਿਜ਼ੀਕਲ ਚੇਂਜਸ ਹੁੰਦੀਆਂ ਨੇ, ਡਿਵੈਲਪਮੈਂਟ ਹੁੰਦੀ ਹੈ ਜਿਹੜੀ ਓਵਰਆਲ ਚੇਂਜਸ ਹੁੰਦੀਆਂ ਨੇ। ਤਾਂ 8th ਦਾ ਜਿਹੜਾ ਇਹ ਆਪਸ਼ਨ ਕੀ ਹੈ ਇਹਦਾ ਕਰੈਕਟ ਆਨਸਰ ਹੈ। ਨੈਕਸਟ ਸਾਡੇ ਕੋਲ ਆ ਗਿਆ ਜੀ 9th ਕੁਐਸਚਨ, ਲੇਟਰ ਚਾਈਲਡਹੁੱਡ ਏਜ ਇਜ਼। ਲੇਟਰ ਚਾਈਲਡਹੁੱਡ ਏਜ ਇਜ਼ ਸੈਂਸ ਬੇਸਡ, ਟॉय ਏਜ, ਟਰਬਲਸਮ ਏਜ, ਨਨ ਆਫ ਦੀਜ਼। 4 ਆਪਸ਼ਨ ਦਿੱਤੀਆਂ ਨੇ, ਇਹਨਾਂ ਦੇ ਵਿੱਚੋਂ ਆਪਾਂ ਨੇ ਦੱਸਣਾ ਕਿ ਜਿਹੜੀ ਲੇਟਰ ਚਾਈਲਡਹੁੱਡ ਏਜ ਹੈ ਜੀ ਉਹ ਕਿਹੜੀ ਏਜ ਹੈ। ਠੀਕ ਹੈ, ਪਹਿਲਾਂ ਆਪਾਂ ਨੇ ਅਰਲੀ ਚਾਈਲਡਹੁੱਡ ਦਾ ਜਿਹੜਾ ਏਜ ਗਰੁੱਪ ਦੇਖਿਆ ਸੀ 2 to 6 ਈਅਰ। ਹੁਣ ਆਪਾਂ ਦੇਖਣਾ ਕਿ ਜਿਹੜੀ ਲੇਟਰ ਚਾਈਲਡਹੁੱਡ ਏਜ ਆ, ਦੇਖੋ ਸੈਂਸ ਬੇਸਡ ਹੁੰਦਾ ਕਿ ਜਿਹਦੇ 'ਚ ਆਪਣੀਆਂ ਗਿਆਨ ਇੰਦਰੀਆਂ, ਸੈਂਸਸ ਨੂੰ ਯੂਜ਼ ਕਰਕੇ ਬੱਚੇ 'ਚ ਜਿਹੜੀ ਡਿਵੈਲਪਮੈਂਟ ਹੁੰਦੀ ਹੈ, ਬੱਚਾ ਕੁਛ ਸਿੱਖਦਾ। ਟॉय ਏਜ ਖਿਡੌਣਿਆਂ ਨਾਲ ਖੇਡਦਾ, ਉਹਨਾਂ ਨੂੰ ਤੋੜਦਾ, ਉਹਨਾਂ ਤੋਂ ਕੁਛ ਸਿੱਖਦਾ। ਟਰਬਲਸਮ ਏਜ ਹੁੰਦੀ ਹੈ ਲੜਾਈ ਝਗੜੇ ਦੀ ਏਜ। ਜਿਹੜੀ ਲੇਟਰ ਚਾਈਲਡਹੁੱਡ ਏਜ ਹੈ ਉਹ ਟਰਬਲਸਮ ਏਜ ਹੈ ਜੀ। ਸੀ ਆਪਸ਼ਨ ਜਿਹੜਾ ਇਹਦਾ ਕਰੈਕਟ ਆਨਸਰ ਹੈ।
ਨੈਕਸਟ 10th ਕੁਐਸਚਨ ਆ ਗਿਆ ਜੀ ਸਾਡੇ ਕੋਲ, ਵਿਚ ਆਫ ਦ ਗਿਵਨ ਕੰਡੀਸ਼ਨਸ ਸਿਗਨੀਫਾਈਜ਼ ਦ ਪ੍ਰਿੰਸੀਪਲ ਆਫ ਇੰਡੀਵਿਜੂਅਲਿਟੀ। ਇੰਡੀਵਿਜੂਅਲਿਟੀ ਕਹਿੰਦੇ 4 ਇਹਨਾਂ ਨੇ ਆਪਾਂ ਨੂੰ ਆਪਸ਼ਨਸ ਦਿੱਤੀਆਂ ਨੇ, ਇਹਦੇ ਵਿੱਚੋਂ ਆਪਾਂ ਨੇ ਪ੍ਰਿੰਸੀਪਲ ਆਫ ਇੰਡੀਵਿਜੂਅਲਿਟੀ, ਇੰਡੀਵਿਜੂਅਲ ਡਿਫਰੈਂਸ ਪੜ੍ਹਿਆ ਸੀ ਨਾ ਆਪਾਂ ਨੇ, ਕਿ ਕਿਹੜਾ ਪ੍ਰਿੰਸੀਪਲ ਜਿਹੜਾ ਉਹਨੂੰ ਸਿਗਨੀਫਾਈ ਕਰਦਾ ਹੈ ਗਿਵਨ ਕੰਡੀਸ਼ਨਸ ਦੇ ਵਿੱਚੋਂ। ਇਹ ਆਪਸ਼ਨ ਹੈਗੀ ਹੈ, ਕਹਿੰਦੇ ਰੀਟਾ ਐਂਡ ਰਮਨ ਆਰ ਸਿਮਿਲਰ ਇਨ ਦੇਅਰ ਏਜਸ ਬਟ ਦੇ ਸ਼ੋ ਅ ਵੇਰੀਐਂਸ ਇਨ ਦੇਅਰ ਸੋਸ਼ਲ ਐਂਡ ਮੈਂਟਲ ਡਿਵੈਲਪਮੈਂਟ। ਦੋਨਾਂ ਦੀ ਏਜ ਸੇਮ ਹੈ ਬਟ ਸੋਸ਼ਲ ਡਿਵੈਲਪਮੈਂਟ ਅਤੇ ਮੈਂਟਲ ਡਿਵੈਲਪਮੈਂਟ 'ਚ ਉਹਨਾਂ 'ਚ ਡਿਫਰੈਂਸ ਦੇਖਣ ਨੂੰ ਮਿਲਦਾ। ਇਹ ਨਹੀਂ ਹੈਗਾ ਕਿ ਦੋਨੇ ਮਤਲਬ ਕੀ ਲਾ ਲਓ ਕਿ ਜਿਵੇਂ ਸੋਸ਼ਲ ਅਤੇ ਮੈਂਟਲ ਡਿਵੈਲਪਮੈਂਟ, ਸੋਸ਼ਲ ਇੰਟਰੈਕਸ਼ਨ, ਮੰਨ ਲਓ ਇੱਕ ਬੱਚਾ, ਕਈ ਬੱਚੇ ਐਵੇਂ ਦੇ ਹੁੰਦੇ ਨੇ ਜਿਹੜੇ ਜ਼ਿਆਦਾ ਘੁਲ ਮਿਲ ਜਾਂਦੇ ਨੇ, ਕਈ ਘੱਟ ਘੁਲਦੇ ਮਿਲਦੇ ਆ ਜਿਹੜੇ ਆਪਣੇ ਤੱਕ ਹੀ ਸੀਮਤ ਹੁੰਦੇ ਆ, ਹੈ ਨਾ। ਜਿਵੇਂ ਕਈ ਬੱਚੇ ਐਵੇਂ ਹੁੰਦੇ ਆ ਜਿਨ੍ਹਾਂ 'ਚ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਉਹ ਥੋੜ੍ਹੇ ਇੰਟਲੈਕਚੁਅਲੀ ਜ਼ਿਆਦਾ ਡਿਵੈਲਪ ਹੋਏ ਹੁੰਦੇ ਨੇ, ਕਈ ਘੱਟ ਡਿਵੈਲਪ ਹੋਏ ਹੁੰਦੇ ਨੇ, ਮੈਂਟਲੀ ਡਿਵੈਲਪਮੈਂਟ ਘੱਟ ਹੁੰਦੀ ਹੈ ਕਈਆਂ 'ਚ ਵੱਧ। ਫਸਟ ਆਪਸ਼ਨ 'ਚ ਸੇਮ ਏਜ ਹੈ ਬਟ ਸੋਸ਼ਲ ਐਂਡ ਮੈਂਟਲ ਡਿਵੈਲਪਮੈਂਟ 'ਚ ਵੇਰੀਐਂਸ ਹੈ। ਬੀ ਆਪਸ਼ਨ ਹੈਗੀ ਹੈ ਜਸ਼ਨ ਐਂਡ ਅਮਨ ਆਰ ਆਫ ਸੇਮ ਏਜ, ਇਹਨਾਂ ਦੀ ਵੀ ਸੇਮ ਏਜ ਹੈ। ਬੋਥ ਆਫ ਦੈਮ ਸ਼ੋ ਸੇਮ ਲੈਵਲ ਆਫ ਇੰਟਰਸਟ, ਦੋਨਾਂ ਦਾ ਸੇਮ ਲੈਵਲ ਆਫ ਇੰਟਰਸਟ ਹੈ ਗੇਮਸ ਸਪੋਰਟਸ ਦੇ ਵਿੱਚ। ਸਮਨ ਐਂਡ ਰੀਤੂ ਆਰ 2 ਗਰਲਸ, 2 ਗਰਲਸ ਹੈ, ਸੇਮ ਕਲਾਸ 'ਚ ਸਟੱਡੀ ਕਰਦੇ ਆ, ਸੀ ਆਪਸ਼ਨ ਦਿੱਤੀ ਹੋਈ ਹੈ। ਇੱਕ ਦਾ ਇੰਟਰਸਟ ਐਲਜਬਰਾ 'ਚ ਹੈ ਐਂਡ ਇੱਕ ਦਾ ਇੰਟਰਸਟ ਜਿਓਮੈਟਰੀ 'ਚ ਹੈ। ਡੀ ਹੈਗੀ ਹੈ ਜੀ ਨਨ ਆਫ ਦੀਜ਼। ਚਾਰੋਂ ਆਪਸ਼ਨ 'ਚੋਂ ਦੇਖੋ ਕਿਹੜਾ ਕਰੈਕਟ ਹੋ ਸਕਦਾ, ਪਹਿਲਾਂ ਖੁਦ ਸੋਚੋ। ਇਹ ਆਪਸ਼ਨ ਜਿਹੜਾ ਇਹਦਾ ਕਰੈਕਟ ਆਨਸਰ ਹੈ, ਕਿਉਂਕਿ ਦੇਖੋ 2 ਗਰਲਸ ਨੇ ਸਿਮਿਲਰ ਏਜ ਹੈ ਬਟ ਦੇ ਸ਼ੋ ਆ ਵੇਰੀਐਂਸ ਸੋਸ਼ਲ ਐਂਡ ਮੈਂਟਲ ਡਿਵੈਲਪਮੈਂਟ 'ਚ ਵੇਰੀਐਂਸ ਹੈ। ਜਿਹੜਾ ਪ੍ਰਿੰਸੀਪਲ ਹੈ ਨਾ ਇੰਡੀਵਿਜੂਅਲ ਡਿਫਰੈਂਸ, ਉਹਦਾ ਮਤਲਬ ਇਹੀ ਹੁੰਦਾ ਕਿ ਜ਼ਰੂਰੀ ਨਹੀਂ ਹੈਗਾ ਕਿ ਇਕੁਅਲ ਏਜ ਦੇ ਬੱਚਿਆਂ 'ਚ ਵੀ ਜਿਹੜੀ ਡਿਵੈਲਪਮੈਂਟ ਇਕੁਅਲ ਹੀ ਹੋਵੇ, ਪੈਟਰਨ ਸੇਮ ਹੋਊਗਾ ਬਟ ਜਿਹੜੀ ਇੰਡੀਵਿਜੂਅਲ ਡਿਫਰੈਂਸ ਉਹਨਾਂ ਵਿੱਚ ਦੇਖਣ ਨੂੰ ਮਿਲੂਗਾ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਸਾਡੇ ਕੋਲ, ਇਹ ਆਪਸ਼ਨ ਇਹਦਾ ਕਰੈਕਟ ਆਨਸਰ ਹੈ। ਨੈਕਸਟ 11th ਕੁਐਸਚਨ, ਵਟ ਆਰ ਦਾ ਕਾਜ਼ਜ਼ ਆਫ ਇੰਡੀਵਿਜੂਅਲ ਡਿਫਰੈਂਸਿਸ। ਜਿਹੜੀ ਇੰਡੀਵਿਜੂਅਲ ਡਿਫਰੈਂਸ ਆਪਾਂ ਨੂੰ ਦੇਖਣ ਨੂੰ ਮਿਲਦਾ ਬੱਚਿਆਂ 'ਚ, ਕੀ ਕਾਰਨ ਹੈ ਉਹਦਾ, ਠੀਕ ਹੈ, ਉਹ ਪੁੱਛਿਆ ਇਹਨਾਂ ਨੇ। ਫਸਟ ਇਹ ਆਪਸ਼ਨ ਦਿੱਤੀ ਹੋਈ ਹੈ ਜੀ ਹੈਰੀਡਿਟੀ, ਇਨਵਾਇਰਮੈਂਟ, ਮੈਚਿਓਰਿਟੀ, ਏਜ। ਅੱਗੇ ਆ ਗਿਆ ਜੀ ਆਲ ਆਫ ਦੀਜ਼। ਸੈਕਿੰਡ ਆਪਸ਼ਨ ਹੈਗੀ ਓਨਲੀ ਏ, ਸੀ ਐਂਡ ਡੀ। ਥਰਡ ਹੈਗੀ ਓਨਲੀ ਏ, ਬੀ ਐਂਡ ਡੀ। ਅਤੇ ਫੋਰਥ ਆਪਸ਼ਨ ਹੈਗੀ ਓਨਲੀ ਸੀ ਐਂਡ ਡੀ। ਇਹਦਾ ਕਰੈਕਟ ਆਨਸਰ ਹੈ ਜੀ ਆਲ ਆਫ ਦੀਜ਼, ਆਲ ਆਫ ਦੀਜ਼। ਇਹ ਆਪਸ਼ਨ ਜਿਹੜਾ, ਇਹ ਮਤਲਬ ਕਿ ਫਸਟ ਆਪਸ਼ਨ ਜਿਹੜੀ ਇਹਦੀ ਕਰੈਕਟ ਹੈ। ਹੈਰੀਡਿਟੀ ਵੀ ਕਾਰਨ ਹੁੰਦੀ ਹੈ, ਇਨਵਾਇਰਮੈਂਟ ਕਿਵੇਂ ਦਾ ਇਨਵਾਇਰਮੈਂਟ ਮਿਲਿਆ, ਮੈਚਿਓਰਿਟੀ ਅਤੇ ਏਜ। ਇੰਡੀਵਿਜੂਅਲ ਡਿਫਰੈਂਸ ਦੇ ਜਿਹੜੇ ਚਾਰੋਂ ਇਹ ਕਾਰਨ ਨੇ। ਨੈਕਸਟ ਸਾਡੇ ਕੋਲ ਆ ਗਿਆ ਜੀ 12th ਕੁਐਸਚਨ ਦਿੱਤਾ ਹੋਇਆ, ਅ ਚਾਈਲਡ ਕੈਨ ਹੈਵ ਇੰਡੀਵਿਜੂਅਲ ਡਿਫਰੈਂਸਿਸ ਇਨ ਵਿਚ ਆਫ ਦੀ ਫੋਲੋਇੰਗ ਏਰੀਆ। ਹੁਣ ਆਪਾਂ ਨੇ ਪੜ੍ਹਿਆ ਸੀ ਕਿ ਇੰਡੀਵਿਜੂਅਲ ਡਿਫਰੈਂਸ ਕਿਹੜੇ ਕਾਰਨਾਂ ਕਰਕੇ ਹੁੰਦਾ ਹੈ ਨਾ। ਅਤੇ ਅੱਗੇ ਇਹਨਾਂ ਨੇ ਆਪਾਂ ਨੂੰ ਕੁਐਸਚਨ ਪੁੱਛਿਆ ਕਿ ਜਿਹੜਾ ਇੰਡੀਵਿਜੂਅਲ ਡਿਫਰੈਂਸ ਹੈ ਕਿਹੜੇ ਕਿਹੜੇ ਏਰੀਏ 'ਚ ਦੇਖਣ ਨੂੰ ਮਿਲ ਸਕਦਾ, ਫਿਜ਼ੀਕਲ ਏਰੀਆ, ਮੈਂਟਲ ਏਰੀਆ, ਇਮੋਸ਼ਨਲ ਏਰੀਆ, ਆਲ ਆਫ ਦੀਜ਼। ਇਹਦਾ ਕਰੈਕਟ ਆਨਸਰ ਵੀ ਡੀ ਆਪਸ਼ਨ ਹੈ ਆਲ ਆਫ ਦੀਜ਼। ਫਿਜ਼ੀਕਲ ਏਰੀਆ ਮਤਲਬ ਵੀ ਦੇਖੋ ਇਹ ਤਾਂ ਨਹੀਂ ਹੈਗਾ ਵੀ ਸਾਰੇ ਬੱਚਿਆਂ ਦੀ ਹਾਈਟ ਇਕੁਅਲ ਹੀ ਹੋਊਗੀ, ਬੋਡੀ ਸ਼ੇਪ, ਬੋਡੀ ਵੇਟ, ਹਾਈਟ ਅਲੱਗ-ਅਲੱਗ ਹੁੰਦਾ, ਤਾਂ ਫਿਜ਼ੀਕਲੀ ਉਹਨਾਂ 'ਚ ਚੇਂਜਸ ਦੇਖਣ ਨੂੰ ਮਿਲਦੀਆਂ ਨੇ ਇੱਕ ਦੂਜੇ ਨਾਲੋਂ। ਇਹ ਵੀ ਇੰਡੀਵਿਜੂਅਲ ਡਿਫਰੈਂਸ ਹੈ ਫਿਜ਼ੀਕਲ ਏਰੀਏ 'ਚ ਵੀ, ਮੈਂਟਲ ਏਰੀਏ 'ਚ ਵੀ ਹੈਗਾ, ਠੀਕ ਹੈ। 2 ਬੱਚੇ ਲੈ ਲਓ, ਜੇ ਮੈਂਟਲੀ ਆਪਾਂ ਚੈੱਕ ਕਰਨਾ ਹੋਵੇ ਤਾਂ ਦੋਨਾਂ 'ਚ ਆਪਾਂ ਨੂੰ ਡਿਫਰੈਂਸ ਦੇਖਣ ਨੂੰ ਮਿਲੂਗਾ, ਉਹਨਾਂ ਦੀ ਸੋਚ 'ਚ, ਉਹਨਾਂ ਦੇ ਸਮਝਣ ਦੇ ਤਰੀਕੇ 'ਚ, ਉਹਨਾਂ ਦੀ ਥਿੰਕਿੰਗ 'ਚ। ਇਮੋਸ਼ਨਲੀ ਦੇਖੋ ਕਈ ਬੱਚੇ ਤਾਂ ਐਵੇਂ ਦੇ ਹੁੰਦੇ ਨੇ ਜਿਹੜੇ
ਮਤਲਬ ਕਿ ਬਹੁਤ ਛੇਤੀ ਮੰਨ ਲਓ ਉਹਨਾਂ ਨੂੰ ਘੂਰਤਾ ਆਪਾਂ ਨੇ, ਬਹੁਤ ਛੇਤੀ ਰੋਣ ਲੱਗ ਜਾਂਦੇ ਆ। ਕਈ ਬੱਚੇ ਇੰਨੀ ਛੇਤੀ ਨਹੀਂ ਰੋਂਦੇ। ਇਮੋਸ਼ਨਸ ਖੁਸ਼, ਜਿਵੇਂ ਕਿਸੇ ਦੇ ਦੁੱਖ ਮਹਿਸੂਸ ਕਰਦੇ ਆ, ਖੁਸ਼ੀ ਦੁੱਖ, ਉਹ ਸਭ ਕੁਝ ਹਰੇਕ ਏਰੀਏ ਦੇ ਵਿੱਚ ਜਿਹੜੀ ਇੰਡੀਵਿਜੂਅਲ ਡਿਫਰੈਂਸ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਤਾਂ ਡੀ ਆਪਸ਼ਨ ਜਿਹੜਾ ਇਹਦਾ ਕਰੈਕਟ ਆਨਸਰ ਹੈ। ਕੁਐਸਚਨ ਨੰਬਰ 13 ਅਕੋਰਡਿੰਗ ਟੂ ਡੈਸ਼ ਬਲੈਂਕਸ ਦਿੱਤੀ ਹੋਈ ਹੈ। ਚਿਲਡਰਨ ਆਰ ਲਿਟਲ ਸਾਇੰਟਿਸਟ, ਕਿਹਦੇ ਅਕੋਰਡਿੰਗ ਚਿਲਡਰਨ ਲਿਟਲ ਸਾਇੰਟਿਸਟ ਨੇ? ਵਾਟਸਨ, ਪਿਆਜ਼ੇ, ਵੁਡਸਵਰਥ, ਸਟੈਨਲੇ ਹਾਲ। ਪਿਆਜ਼ੇ ਦੀ ਥਿਊਰੀ ਪੜ੍ਹੀ ਸੀ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਬੱਚਿਆਂ ਨੂੰ ਐਕਟੀਵਿਟੀ ਕਰਨ ਨੂੰ ਜਦੋਂ ਦਿੰਦੇ ਆ, ਕੋਈ ਵੀ ਐਕਸਪੈਰੀਮੈਂਟ ਐਕਟੀਵਿਟੀ ਕਰਨ ਨੂੰ ਦਿੰਦੇ ਆ, ਤਾਂ ਖੁਦ ਬੱਚੇ ਉੱਥੋਂ ਸਿੱਖਦੇ ਆ। ਪਿਆਜ਼ੇ ਦੇ ਅਕੋਰਡਿੰਗ ਉਹ ਕਹਿੰਦਾ ਕਿ ਜਿਹੜੇ ਚਾਈਲਡ ਹੈ ਉਹ ਚਿਲਡਰਨ ਨੇ ਕੀ ਲਿਟਲ ਸਾਇੰਟਿਸਟ ਹੈ, ਛੋਟੇ ਵਿਗਿਆਨੀ ਆ ਜਿਹੜੇ ਖੁਦ ਸਿੱਖਦੇ ਆ। ਬੀ ਆਪਸ਼ਨ ਇਹਦਾ ਕਰੈਕਟ ਆਨਸਰ ਹੈ। ਨੈਕਸਟ ਕੁਐਸਚਨ ਨੰਬਰ 14 ਹਾਊ ਮੈਨੀ ਸਟੇਜਸ ਆਰ ਦੇਅਰ ਇਨ ਪਿਆਜ਼ੇਸ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ? ਕਿੰਨੀਆਂ ਸਟੇਜਸ ਨੇ ਪਿਆਜ਼ੇ ਦੀ ਥਿਊਰੀ ਦੀਆਂ? ਕੋਗਨੀਟਿਵ ਡਿਵੈਲਪਮੈਂਟ ਪਿਆਜ਼ੇ ਥਿਊਰੀ ਹੈ ਜਿਹੜੀ, ਉਹਦੀਆਂ ਕਿੰਨੀਆਂ ਸਟੇਜਸ ਆਪਾਂ ਪੜ੍ਹੀਆਂ ਨੇ? ਮੈਂ ਹੁਣ ਇੱਥੇ ਤੁਹਾਨੂੰ ਇਕੱਲੀ ਸਟੇਜ ਨਾ ਹੀ ਲਿਖ ਕੇ ਦਿਖਾਊਂਗੀ, ਨਾ ਹੀ ਜਿਵੇਂ ਦਾ MCQ ਉਹਦੇ ਅਕੋਰਡਿੰਗ ਮੈਂ ਉਹ ਚੀਜ਼ ਸਮਝਾ ਦੂੰ, ਬਟ ਜਿਹੜੀ ਥਿਊਰੀ ਪੋਰਸ਼ਨ ਕਰਵਾਇਆ ਹੋਇਆ ਪਿਆਜ਼ੇ ਦੀ ਥਿਊਰੀ ਦਾ, ਉਹ 'ਚ ਤੁਹਾਨੂੰ ਇਕੱਲੀ ਚੀਜ਼ ਸਮਝਾਈ ਹੋਈ ਹੈ। ਕਿੰਨੀਆਂ ਸਟੇਜਸ ਨੇ ਜੀ? 4। ਬੀ ਆਪਸ਼ਨ ਜਿਹੜਾ ਇਹਦਾ ਕਰੈਕਟ ਆਨਸਰ ਹੈ। ਕੁਐਸਚਨ ਨੰਬਰ 15 ਜਿਹੜਾ 15 ਕੁਐਸਚਨ ਹੈ ਜੀ, ਅਕੋਰਡਿੰਗ ਟੂ ਪਿਆਜ਼ੇ ਦਾ ਕੰਕਰੀਟ ਆਪਰੇਸ਼ਨਲ ਸਟੇਜ ਅਰੇਂਜਸ ਫਰੋਮ। ਪਿਆਜ਼ੇ ਦੀ ਥਿਊਰੀ ਦੇ ਅਕੋਰਡਿੰਗ ਜਿਹੜਾ ਕੰਕਰੀਟ ਆਪਰੇਸ਼ਨਲ ਸਟੇਜ ਹੈ, ਕਹਿੰਦੇ ਉਹਦੀ ਰੇਂਜ ਫਰੋਮ 9 to 11 ਈਅਰ, 7 to 11 ਈਅਰ, 8 to 11 ਈਅਰ ਜਾਂ ਫਿਰ 6 to 11 ਈਅਰ। ਕੰਕਰੀਟ ਆਪਰੇਸ਼ਨਲ ਸਟੇਜ ਉਹ ਵਾਲੀ ਸਟੇਜ ਹੁੰਦੀ ਹੈ ਜਿਹਦੇ ਵਿੱਚ ਬੱਚਾ ਚੀਜ਼ਾਂ 'ਤੇ ਲੌਜਿਕ ਲਗਾ ਸਕਦਾ ਹੈ, ਬਟ ਕਿਹੜੀਆਂ ਚੀਜ਼ਾਂ 'ਤੇ? ਕੰਕਰੀਟ ਵਰਡ ਤੋਂ ਹੀ ਸਮਝ ਲੱਗਦਾ ਹੈ, ਕੰਕਰੀਟ ਚੀਜ਼ਾਂ 'ਤੇ ਜਿਨ੍ਹਾਂ ਨੂੰ ਉਹ ਸਾਹਮਣੇ ਦੇਖ ਸਕਦਾ ਹੈ, ਟੱਚ ਕਰ ਸਕਦਾ, ਸਿਰਫ ਉਹਨਾਂ 'ਤੇ ਲੌਜਿਕ ਲਗਾ ਸਕਦਾ। ਉਹ ਸਟੇਜ ਹੈਗੀ ਹੈ ਜੀ ਕੰਕਰੀਟ ਆਪਰੇਸ਼ਨਲ ਸਟੇਜ। ਇਹਦਾ ਜਿਹੜਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 7 ਤੋਂ 11 ਸਾਲ ਦੀ ਉਮਰ ਤੱਕ। ਨੈਕਸਟ 16 ਕੁਐਸਚਨ ਸਾਡੇ ਕੋਲ ਆ ਗਿਆ ਜੀ। ਅਕੋਰਡਿੰਗ ਟੂ ਪਿਆਜੇ ਇਨ ਵਿਚ ਸਟੇਜ, ਕਿਹੜੀ ਸਟੇਜ ਹੈ ਜਿਹਦੇ ਵਿੱਚ ਇੰਟੈਲੀਜੈਂਸੀ is demonstrated through the logical use of symbols related to abstract concept। ਪਿੱਛੇ ਜਿਹੜਾ ਆਪਾਂ ਪੜ੍ਹਿਆ 7 ਤੋਂ 11 ਸਾਲ ਕਿ ਕੰਕਰੀਟ ਆਪਰੇਸ਼ਨਲ ਸਟੇਜ ਹੈ, ਜਿਹੜੀਆਂ ਚੀਜ਼ਾਂ ਨੂੰ ਉਹ ਦੇਖ ਸਕਦਾ, ਕੰਕਰੀਟ ਥਿੰਗਸ ਹੈ ਨਾ। ਇਹਦੇ ਵਿੱਚ ਉਹ ਕਹਿੰਦੇ ਨੇ ਕਿ ਕਿਹੜੀ ਸਟੇਜ ਹੈ ਜਿਹਦੇ ਵਿੱਚ ਬੱਚਾ ਕਹਿੰਦੇ ਮਤਲਬ ਕਿ ਜਿਵੇਂ ਇੰਟੈਲੀਜੈਂਸ ਇਜ਼ ਡੈਮੋਨਸਟ੍ਰੇਟਡ ਥਰੂ ਦਾ ਲੌਜੀਕਲ ਯੂਜ਼ ਆਫ ਸਿੰਬਲ ਰਿਲੇਟਡ ਟੂ ਅਬਸਟਰੈਕਟ ਕਨਸੈਪਟ। ਜਿੱਥੇ ਅਬਸਟਰੈਕਟ ਵਰਡ ਆ ਗਿਆ, ਇਹ ਹੁੰਦੀ ਹੈ 11 ਐਂਡ ਅਬਵ, 11 ਤੋਂ ਅਬਵ ਜਿਹੜੀ ਏਜ ਹੁੰਦੀ ਹੈ, ਇਹ ਹੁੰਦੀ ਹੈ ਜੀ ਸਟੇਜ ਆਫ ਫਾਰਮਲ ਓਪਰੇਸ਼ਨ। ਇਹ ਆਪਸ਼ਨ ਕਰੈਕਟ ਹੈ। ਅਬਸਟਰੈਕਟ ਤੋਂ ਹੀ ਕਲੀਅਰ ਹੋ ਗਿਆ ਕਿ ਬੱਚਾ ਜਿਹੜੀਆਂ ਕੰਕਰੀਟ ਆਪਰੇਸ਼ਨਲ ਸਟੇਜ 'ਚ ਆਪਾਂ ਪੜ੍ਹਿਆ ਸੀ, ਕੰਕਰੀਟ ਚੀਜ਼ਾਂ 'ਤੇ ਤਾਂ ਉਹ ਲੌਜਿਕ ਲਾਉਣਾ ਸਿੱਖੇ ਗਿਆ। ਇਸ ਏਜ 'ਚ ਬੱਚਾ ਕੀ ਕਰਦਾ, ਜਿਹੜਾ ਅਬਸਟਰੈਕਟ ਚੀਜ਼ਾਂ 'ਤੇ ਵੀ ਜਿਹੜਾ ਉਹ ਕੀ ਕਰਦਾ, ਲੌਜਿਕ ਲਗਾਉਣਾ ਸਿੱਖ ਜਾਂਦਾ। ਜਿਹੜੀਆਂ ਚੀਜ਼ਾਂ ਉਹ ਨਹੀਂ ਵੀ ਉਹਨੇ ਦੇਖੀਆਂ ਹੁੰਦੀਆਂ, ਜਿਵੇਂ ਹੁਣ ਸਾਇੰਸ ਦੇ ਐਕਸਪੈਰੀਮੈਂਟਸ ਹੈ, ਠੀਕ ਹੈ, ਜਾਂ ਫਿਰ ਜਿਵੇਂ ਬੁੱਕਸ ਦੇ ਵਿੱਚ ਸਾਇੰਸ ਦੀ ਕੁਛ ਵੀ ਉਹ ਪੜ੍ਹਦਾ, ਜਿਹੜੀਆਂ ਚੀਜ਼ਾਂ ਉਹਨੇ ਨਹੀਂ ਵੀ ਦੇਖੀਆਂ ਉਹਨਾਂ 'ਤੇ ਉਹ ਆਪਣੇ ਲੌਜਿਕ ਲਗਾਉਣੇ ਸ਼ੁਰੂ ਕਰ ਦਿੰਦਾ। ਇਹ ਆਪਸ਼ਨ ਇਹਦਾ ਕਰੈਕਟ ਆਨਸਰ ਹੈ। 17 ਕੁਐਸਚਨ ਹੈ ਜੀ। 17 ਕੁਐਸਚਨ ਦੇ ਵਿੱਚ ਸਾਡੇ ਕੋਲ ਆ ਗਿਆ ਡਿਫਰੈਂਸ਼ੀਏਸ਼ਨ ਆਫ ਇੰਟੈਂਸ਼ਨਸ, decisions and actions between those that are good means right and those that are bad ਜਾਣੀ ਕਿ wrong। ਠੀਕ ਹੈ, ethics, morality, cognition, faith। ਆਪਾਂ ਨੇ ਦੱਸਣਾ ਕਿ
मतलब कि ਇਹਨਾਂ ਚਾਰੋਂ ਆਪਸ਼ਨ ਚੋਂ ਕਿਹੜੀ ਕਰੈਕਟ ਹੈ, ਜਿਹਦੇ 'ਚ ਬੱਚੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਕੀ ਗੁੱਡ ਹੈ, ਕੀ ਬੈਡ ਹੈ, ਕੀ ਰਾਈਟ ਹੈ, ਕੀ ਰੋਂਗ ਹੈ। ਸਹੀ ਗਲਤ ਦੀ ਪਹਿਚਾਣ ਉਹ ਕਰਨ ਲੱਗ ਜਾਂਦਾ। ਮੋਰੈਲਿਟੀ ਬੀ ਆਪਸ਼ਨ ਜਿਹੜਾ ਇਹਦਾ ਕਰੈਕਟ ਆਨਸਰ ਹੈ। ਇਹ ਵੀ ਤੁਸੀਂ ਨੇ ਜਿਹੜਾ ਪਿੱਛੇ ਆਪਾਂ ਥਿਊਰੀ ਪਾਰਟ ਪੜ੍ਹਿਆ ਉਹ 'ਚ ਕੱਲੀ ਕੱਲੀ ਚੀਜ਼ ਤੁਹਾਨੂੰ ਸਮਝਾਈ ਹੋਈ ਹੈ। ਨੈਕਸਟ 18 ਕੁਐਸਚਨ ਆ ਗਿਆ, ਵੈਰੀ ਇੰਪੋਰਟੈਂਟ ਕੁਐਸਚਨ ਹੈ 18। ਆ ਸਕੀਮਾ ਇਜ਼ ਅ, ਸਕੀਮਾ ਕੀ ਹੈ? ਪਹਿਲਾਂ ਨਾ ਹੁਣ ਦੇਖੋ 3-4 ਕੁਐਸਚਨ ਆਪਣੇ ਕੋਲ ਲਗਾਤਾਰ ਸਕੀਮਾ, ਐਸੀਮੀਲੇਸ਼ਨ, ਐਕੋਮੋਡੇਸ਼ਨ ਦੇ ਰਿਲੇਟਡ ਹੀ ਆਉਣਗੇ। ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਰਿਵਾਈਜ਼ ਕਰਵਾ ਦਿੰਦੀ ਹਾਂ ਕਿ ਸਕੀਮਾ ਕੀ ਸੀ, ਐਸੀਮੀਲੇਸ਼ਨ ਕੀ ਸੀ, ਐਕੋਮੋਡੇਸ਼ਨ ਕੀ ਸੀ। ਦੇਖੋ ਐਸੀਮੀਲੇਸ਼ਨ, ਐਸੀਮੀਲੇਸ਼ਨ ਮਤਲਬ ਕਿ ਬੱਚੇ ਨੇ ਕੈਟ ਦੇਖੀ, ਮੈਂ ਕੈਟ ਤੇ ਡੌਗ ਦੀ ਐਗਜ਼ਾਮਪਲ ਸਮਝਾਈ ਸੀ। ਬੱਚੇ ਨੇ ਕੈਟ ਦੇਖੀ, ਉਹਨੂੰ ਨਹੀਂ ਪਤਾ ਸੀ, ਉਹਦੇ ਪੇਰੈਂਟਸ ਨੂੰ ਦੱਸਿਆ ਕਿ ਇਹ ਕੈਟ ਹੈ, ਤਾਂ ਉਹਨੇ ਕੋਈ ਇਨਫੋਰਮੇਸ਼ਨ ਜਿਹੜੀ ਐਡ ਕੀਤੀ, ਜਾਣਕਾਰੀ ਐਡ ਕੀਤੀ, ਉਹਨੂੰ ਅਸੀਂ ਬੋਲਦੇ ਹਾਂ ਐਸੀਮੀਲੇਸ਼ਨ। ਠੀਕ ਹੈ, ਸਮਝ ਲੱਗ ਗਈ? ਵੈਸੇ ਤੁਹਾਨੂੰ ਡਿਟੇਲ 'ਚ ਸਮਝਾਇਆ ਹੋਇਆ ਇਹ। ਅੱਗੇ ਆ ਗਿਆ ਜੀ ਐਕੋਮੋਡੇਸ਼ਨ। ਐਕੋਮੋਡੇਸ਼ਨ ਮਤਲਬ ਬੱਚੇ ਨੂੰ ਕੈਟ ਬਾਰੇ ਪਤਾ ਲੱਗ ਗਿਆ ਅਤੇ ਫਿਰ ਉਹਨੇ ਡੌਗ ਦੇਖਿਆ, ਉਹਨੂੰ ਲੱਗਿਆ ਕਿ ਇਹਦੇ ਵੀ 4 ਲੱਤਾਂ ਨੇ। ਠੀਕ ਹੈ, ਅਤੇ ਉਹਨੂੰ ਲੱਗਿਆ ਕਿ ਇਹ ਵੀ ਕੈਟ ਹੈ, ਵੱਡੀ ਕੈਟ ਹੈ। ਉਹਨੂੰ ਆਵਾਜ਼ ਬੂਝ ਬਾਰੇ ਹਲੇ ਕੁਛ ਉਹਨੂੰ ਨੌਲੇਜ ਨਹੀਂ ਸੀ, ਮੀਨਜ਼ ਉਹਨੂੰ ਲੱਗਿਆ ਕਿ ਵੱਡੀ ਜਿਹੜੀ ਕੈਟ ਹੈ। ਬਟ ਫਿਰ ਉਹਦੇ ਪੇਰੈਂਟਸ ਦੁਆਰਾ ਦੱਸਿਆ ਗਿਆ ਕਿ ਉਹ ਕੈਟ ਸੀ, ਇਹ ਡੌਗ ਹੈ ਅਤੇ ਇਹਦੀ ਆਵਾਜ਼ ਅਲੱਗ ਹੈ ਉਹਦੇ ਨਾਲੋਂ। ਤਾਂ ਜਿਹੜੀ ਉਹਦੀ ਇਨਫੋਰਮੇਸ਼ਨ ਸੀ ਉਹਨੂੰ ਕੀ ਕੀਤਾ, ਉਹਨੇ 'ਚ ਚੇਂਜਸ ਲਿਆਂਦੀਆਂ, ਮੋਡੀਫਾਈ ਕੀਤਾ। ਚੇਂਜਸ, ਮੋਡੀਫਿਕੇਸ਼ਨ, ਉਹ ਹੁੰਦੀ ਹੈ ਜੀ ਐਕੋਮੋਡੇਸ਼ਨ। ਠੀਕ ਹੈ, ਉਮੀਦ ਹੈ ਤੁਹਾਨੂੰ ਐਸੀਮੀਲੇਸ਼ਨ ਅਤੇ ਐਕੋਮੋਡੇਸ਼ਨ ਬਾਰੇ ਸਮਝ ਲੱਗ ਗਿਆ ਹੁਣ। ਅੱਗੇ ਆ ਗਿਆ ਜੀ ਸਕੀਮਾ ਵਰਡ। ਮੰਨ ਲਓ ਇਹ ਆਪਣਾ ਬ੍ਰੇਨ ਹੈ, ਇਹ ਬ੍ਰੇਨ ਦੇ ਵਿੱਚ ਚਾਹੇ ਰੂਮ ਲਾ ਲਓ, ਕੁਛ ਵੀ ਲਾ ਲਓ। ਠੀਕ ਹੈ, ਇਹ ਜਿਹੜੀ ਮੈਂ ਜਿਹਨਾਂ ਨੂੰ ਮੈਂ ਕਹਿੰਦੀ ਕਿ ਰੂਮ ਨੇ ਜਾਂ ਕੁਛ ਵੀ ਨੇ, ਇਹ ਸਾਰੀ ਜਿਹੜੀ ਨੌਲੇਜ ਹੈ ਜਿਹੜੀ ਆਪਾਂ ਆਲੇ ਦੁਆਲੇ ਤੋਂ ਇਕੱਠੀ ਕਰੀ ਹੋਈ ਹੈ। ਆਪਾਂ ਨੂੰ ਪਤਾ ਹੈ, ਆਪਾਂ ਨੂੰ ਚੀਜ਼ਾਂ ਬਾਰੇ ਜਾਣਕਾਰੀ, ਆਪਣੇ ਫੈਮਿਲੀ ਮੈਂਬਰ ਬਾਰੇ ਪਤਾ ਕਿ ਆਹ ਸਾਡਾ ਕੀ ਲੱਗਦਾ, ਰਿਲੇਟਿਵਸ ਬਾਰੇ ਪਤਾ, ਆਂਢ ਗੁਆਂਢ ਬਾਰੇ ਪਤਾ, ਜਿਹੜੀ ਕਲਾਸ 'ਚ ਆਪਾਂ ਪੜ੍ਹਦੇ ਹਾਂ ਉਹਦਾ ਸਿਲੇਬਸ, ਬੁੱਕਸ ਬਾਰੇ ਸਭ ਕੁਛ ਸਾਡੇ ਮਾਇੰਡ 'ਚ, ਐਵਰੀਥਿੰਗ ਜਿਹੜਾ ਕੁਛ ਅਸੀਂ ਏਜ ਦੇ ਅਕੋਰਡਿੰਗ ਜਿੰਨਾ ਕੁ ਅਸੀਂ ਸਿੱਖਿਆ ਉਹ ਸਾਰਾ ਕੁਛ ਜਿਹੜਾ ਮਾਇੰਡ 'ਚ ਆਪਣੇ। ਠੀਕ ਹੈ, ਜਿਹੜਾ ਇਹ ਸਭ ਕੁਛ ਮਾਇੰਡ 'ਚ ਆਪਣੇ, ਇਹ ਕੀ ਹੈ? ਇਹ ਸਕੀਮ ਹੈ। ਕੀ ਹੈ ਇਹ? ਸਕੀਮ ਹੈ। ਹੁਣ ਤੁਸੀਂ ਸਕੀਮਾਂ ਦੇ ਵਿੱਚ ਜਿਹੜਾ ਕੁਛ ਤੁਹਾਡੇ ਮਾਇੰਡ 'ਚ ਪਹਿਲਾਂ ਤੋਂ ਹੈਗਾ ਉਹ ਤਾਂ ਹੈਗਾ ਹੀ ਹੈ, ਕੋਈ ਨਵੀਂ ਚੀਜ਼ ਲੈ ਕੇ ਆਏ, ਨਵਾਂ ਕੁਛ ਐਡ ਕੀਤਾ, ਉਹ ਕੀ ਹੈ? ਐਸੀਮੀਲੇਸ਼ਨ। ਜਿਹੜਾ ਕੁਛ ਤੁਹਾਡੇ ਮਾਇੰਡ 'ਚ ਪਹਿਲਾਂ ਤੋਂ ਹੈਗਾ ਸੀ ਉਹਦੇ ਵਿੱਚ ਤੁਸੀਂ ਮੋਡੀਫਿਕੇਸ਼ਨ ਕੀਤੀ, ਥੋੜ੍ਹੀ ਤੁਸੀਂ ਚੇਂਜਸ ਕੀਤੀਆਂ, ਉਹ ਕੀ ਹੈ? ਐਕੋਮੋਡੇਸ਼ਨ। ਹੁਣ ਇੰਨਾ ਕੁ ਤੁਹਾਨੂੰ ਮੈਂ ਸਮਝਾਤਾ। ਚਲੋ ਆਪਾਂ ਵਾਪਸ ਆਉਂਦੇ ਹਾਂ ਆਪਣੇ MCQ ਕੁਐਸਚਨ 'ਤੇ, ਤਾਂ ਜੋ ਤੁਸੀਂ ਈਜ਼ਲੀ ਜਿਹੜਾ ਦਾ ਆਨਸਰ ਟਿਕ ਕਰ ਸਕੋ। ਦੇਖੋ ਜੀ, ਸਕੀਮਾ ਇਜ਼ A option, category of knowledge that allows us to interpret and understand the world, the process of taking new information and experiences, the process of balancing old knowledge and new information, none of these। ਪਹਿਲਾਂ ਤਾਂ ਆਪਾਂ B option 'ਚ ਨਿਊ ਇਨਫੋਰਮੇਸ਼ਨ ਦੀ ਗੱਲ ਹੋਈ ਹੈ, ਇਹ ਹੈਗਾ ਐਸੀਮੀਲੇਸ਼ਨ, ਨੋਟ ਅ ਸਕੀਮਾ, ਤਾਂ B option ਤਾਂ ਹੋ ਨਹੀਂ ਸਕਦੀ। C option 'ਚ ਗੱਲ ਕੀਤੀ ਹੈ ਬੈਲੈਂਸ ਕਰਨਾ ਓਲਡ ਨੌਲੇਜ ਅਤੇ ਨਿਊ ਇਨਫੋਰਮੇਸ਼ਨ ਨੂੰ, ਇਹ ਗੱਲ ਹੋ ਗਈ ਇਕੁਲਿਬਰੇਸ਼ਨ। ਅਤੇ ਜਿਹੜੀ ਤੁਹਾਡੀ ਪੁਰਾਣੀ ਨੌਲੇਜ ਹੈ ਅਤੇ ਜਿਹੜੀ ਤੁਸੀਂ ਨਵੀਂ ਇਨਫੋਰਮੇਸ਼ਨ ਗੇਨ ਕੀਤੀ ਹੈ, ਦੋਨਾਂ ਦਾ ਬੈਲੈਂਸ, ਤਾਂ ਇਹ ਵੀ ਨਹੀਂ ਆਨਸਰ ਹੋ ਸਕਦਾ। ਹੁਣ ਰਹਿ ਗਈ ਆਪਸ਼ਨ A ਅਤੇ D। ਪਹਿਲਾਂ ਆਪਾਂ A ਨੂੰ ਦੇਖਾਂਗੇ, ਅਗਰ A ਵੀ ਨਹੀਂ ਹੋ ਤਾਂ ਆਪਾਂ D ਟਿਕ ਕਰ ਦਾਂਗੇ। ਇਹ ਹੈਗੀ ਹੈ ਕੈਟਾਗਰੀ ਆਫ ਨੌਲੇਜ that allows us to interpret and understand the world। ਸਾਰੀ ਨੌਲੇਜ ਜਿਹੜੀ ਆਪਾਂ ਇਕੱਠੀ ਕਰੀ ਹੋਈ ਹੈ, ਜਿਹੜੀ ਆਪਾਂ ਨੂੰ ਅਲਾਓ ਕਰਦੀ ਹੈ ਕਾਹਦੇ ਵਾਸਤੇ? ਟੂ ਇੰਟਰਪ੍ਰੇਟ ਐਂਡ ਅੰਡਰਸਟੈਂਡ ਦੀ ਵਰਲਡ। ਇਹੀ ਚੀਜ਼ ਪੜ੍ਹੀ ਸੀ ਨਾ
ਕਿ ਸਕੀਮਾਂ 'ਚ ਆਪਾਂ ਆਲੇ ਦੁਆਲੇ ਜਿਹੜਾ ਸਭ ਕੁਛ ਆਪਾਂ ਨੌਲੇਜ ਜਿਹੜੀ ਇਕੱਠੀ ਕਰੀ ਹੋਈ ਹੈ ਉਹ ਸਕੀਮ ਹੈ, ਜਿਹੜਾ ਮਾਈਂਡ 'ਚ ਆਪਣੇ ਸਭ ਕੁਛ ਹੈਗਾ। ਤਾਂ ਇਹ ਆਪਸ਼ਨ ਇਹਦਾ ਕਰੈਕਟ ਆਨਸਰ ਹੈ। ਸਮਝ ਲੱਗ ਗਈ ਹੋਣੀ ਹੈ ਕਿ ਕਿਸ ਤਰੀਕੇ ਦੇ ਤੁਹਾਨੂੰ ਪੇਪਰ 'ਚ MCQ ਕੁਐਸਚਨ ਬਣ ਕੇ ਆ ਸਕਦੇ ਨੇ। ਨੈਕਸਟ 19 ਕੁਐਸਚਨ ਹੈ ਫਿਟਿੰਗ ਨਿਊ ਇਨਫੋਰਮੇਸ਼ਨ ਇਨਟੂ ਐਗਜ਼ਿਸਟਿੰਗ ਸਕੀਮਾਂ। ਐਗਜ਼ਿਸਟਿੰਗ ਸਕੀਮਾਂ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਪਹਿਲਾਂ ਹੈਗੀ ਹੈ ਫਿੱਟ ਕਰਨੀ, ਉਹ 'ਚ ਨਵੀਂ ਇਨਫੋਰਮੇਸ਼ਨ ਐਡ ਕਰਨੀ ਹੈ, ਉਹਨੂੰ ਅਸੀਂ ਕੀ ਬੋਲਦੇ ਹਾਂ? ਐਕੋਮੋਡੇਸ਼ਨ, ਇਕੁਲਿਬ੍ਰੇਸ਼ਨ, ਐਸੀਮੀਲੇਸ਼ਨ, ਨਨ ਆਫ ਥੀਸ। ਉਹਨੂੰ ਅਸੀਂ ਬੋਲਦੇ ਹਾਂ ਜੀ ਐਸੀਮੀਲੇਸ਼ਨ। ਕੈਟ ਡੌਗ ਦੀ ਐਗਜ਼ਾਮਪਲ ਤੁਹਾਨੂੰ ਸਮਝਾਈ ਸੀ ਨਾ, ਕੈਟ ਬਾਰੇ ਬੱਚੇ ਨੂੰ ਨਹੀਂ ਪਤਾ ਸੀਗਾ ਤਾਂ ਉਹਦੇ ਪੇਰੈਂਟਸ ਨੂੰ ਕੈਟ ਬਾਰੇ ਦੱਸਿਆ ਤਾਂ ਉਹਨੇ ਐਡ ਕੀਤੀ ਇਨਫੋਰਮੇਸ਼ਨ, ਐਸੀਮੀਲੇਸ਼ਨ ਹੋ ਗਈ। ਠੀਕ ਹੈ। ਨੈਕਸਟ 20th ਕੁਐਸਚਨ ਹੈਗਾ ਅਕੋਰਡਿੰਗ ਟੂ ਪਿਆਜ਼ੇਸ ਥਿਊਰੀ ਚਿਲਡਰਨ ਲਰਨ ਬਾਈ। ਪਿਆਜੇ ਦੀ ਥਿਊਰੀ ਦੇ ਅਕੋਰਡਿੰਗ ਕਹਿੰਦਾ ਜਿਹੜੇ ਬੱਚੇ ਸਿੱਖਦੇ ਹੈ ਕਿਹਦੇ ਦੁਆਰਾ? ਬਾਈ ਮੈਮੋਰਾਈਜ਼ਿੰਗ ਇਨਫੋਰਮੇਸ਼ਨ ਬਾਈ ਪੇਇੰਗ ਦੀ ਅਟੈਂਸ਼ਨ, ਧਿਆਨ ਦੇ ਕੇ ਜਾਣਕਾਰੀ ਨੂੰ ਯਾਦ ਰੱਖਦੇ ਹੈ। ਸਕੈਫੋਲਡਿੰਗ ਪ੍ਰੋਵਾਈਡਡ ਬਾਈ ਮੋਰ ਏਬਲ ਮੈਂਬਰਸ ਆਫ ਦੀ ਸੁਸਾਇਟੀ। ਸਕੈਫੋਲਡਿੰਗ ਪੜ੍ਹਿਆ ਹੀ ਹੈ ਕਿ ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਹੈ ਉਹ ਜਿਹੜੀ ਸਹਾਇਤਾ ਦੇ ਕੇ ਉਹ ਤੋਂ ਬੱਚੇ ਸਿੱਖਦੇ ਆ ਅਕੋਰਡਿੰਗ ਟੂ ਪਿਆਜ਼ੇ ਥਿਊਰੀ। ਬੀ ਆਪਸ਼ਨ ਇਹ ਕਹਿੰਦੀ ਹੈ। ਸੀ ਆਪਸ਼ਨ ਕਹਿੰਦੀ ਹੈ ਕਿ ਪ੍ਰੋਸੈਸ ਆਫ ਅਡੈਪਟੇਸ਼ਨ। ਡੀ ਆਪਸ਼ਨ ਕਹਿੰਦੀ ਹੈ ਕਿ ਚੇਂਜਿੰਗ ਦੇਅਰ ਬਿਹੇਵੀਅਰ ਵੈਨ ਆਫਰਡ ਐਪਰੋਪ੍ਰੀਏਟ ਰਿਵਾਰਡਸ। ਏ ਤੇ ਬੀ ਬਾਰੇ ਆਪਾਂ ਪੜ੍ਹ ਲਿਆ। ਸੀ ਆਪਸ਼ਨ ਕਹਿੰਦੀ ਹੈ ਕਿ ਅਨੁਕੂਲਣ ਦੀ ਪ੍ਰਕਿਰਿਆ ਦੁਆਰਾ, ਨਵੀਆਂ ਸਕੀਮਾਂ, ਐਸੀਮੀਲੇਸ਼ਨ, ਐਕੋਮੋਡੇਸ਼ਨ ਦੁਆਰਾ। ਡੀ ਕਹਿੰਦੀ ਹੈ ਕਿ ਬਿਹੇਵੀਅਰ ਨੂੰ ਜਿਹੜਾ ਵਿਵਹਾਰ ਹੈ ਉਹਨੂੰ ਚੇਂਜ ਕਰਕੇ ਜਦੋਂ ਉਸਨੂੰ ਕੀ ਦਿੱਤਾ ਜਾਂਦਾ? ਪੁਰਸਕਾਰ ਦਿੱਤਾ ਜਾਵੇ। ਡੀ ਆਪਸ਼ਨ ਵੀ ਨਹੀਂ ਹੋ ਸਕਦੀ। ਧਿਆਨ ਦੇ ਕੇ ਜਾਣਕਾਰੀ ਨੂੰ ਯਾਦ ਰੱਖਣਾ, ਇਹ ਜੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਪਿਆਜ਼ੇ ਨੇ। ਸਕੈਫੋਲਡਿੰਗ ਤੇ ਪ੍ਰੋਸੈਸ ਆਫ ਅਡੈਪਟੇਸ਼ਨ। ਜਿਹੜੀ ਸੀ ਆਪਸ਼ਨ ਇਹਦਾ ਕਰੈਕਟ ਆਨਸਰ ਹੈ। ਪਿਆਜ਼ੇ ਨੇ ਸਕੀਮਾਂ ਅਡੈਪਟੇਸ਼ਨ 'ਚ ਅਨੁਕੂਲਣ ਦੀ ਪ੍ਰਕਿਰਿਆ ਦੁਆਰਾ, ਪ੍ਰੋਸੈਸ ਆਫ ਅਡੈਪਟੇਸ਼ਨ, ਅਡੈਪਟ ਕਰਕੇ ਨਵੀਆਂ ਚੀਜ਼ਾਂ ਸਿੱਖ ਕੇ, ਪੁਰਾਣੀਆਂ ਚੀਜ਼ਾਂ 'ਚ ਨਵੀਆਂ ਚੀਜ਼ਾਂ ਮਤਲਬ ਕਿ ਐਡਜਸਟ ਕਰਕੇ, ਮੋਡੀਫਾਈ ਕਰਕੇ। ਸੀ ਆਪਸ਼ਨ ਜਿਹੜਾ ਇਹਦਾ ਕਰੈਕਟ ਆਨਸਰ ਹੈ। 21 ਕੁਐਸਚਨ ਹੈ ਜੀ ਵਿਚ ਆਫ ਦੀ ਫੋਲੋਇੰਗ ਸਟੇਜਸ ਆਰ ਇਨਵੋਲਵਡ ਵੈਨ ਇਨਫੈਂਟਸ ਥਿੰਕ ਵਿਦ देयर eyes, ears and hands? Concrete operational stage, pre-operational stage, sensory motor stage, formal operational stage। ਚਾਰੋਂ ਜਿਹੜੀਆਂ ਸਟੇਜਸ ਨੇ ਆਈਜ਼, ਈਅਰਸ ਐਂਡ ਹੈਂਡਸ, ਸੈਂਸ ਬੇਸਡ ਗਿਆਨ ਇੰਦਰੀਆਂ ਦਾ ਯੂਜ਼ ਕਰਕੇ ਬੱਚਾ ਜਿਹੜਾ ਸਿੱਖਦਾ, ਸੋਚਦਾ। ਥਿੰਕ ਇਨਵੋਲਵ ਵੈਨ ਇਨਫੈਂਟਸ ਥਿੰਕ ਵਿਦ देयर ਆਈਜ਼, ਈਅਰਸ ਐਂਡ ਹੈਂਡਸ। ਗਿਆਨ ਇੰਦਰੀਆਂ ਦਾ ਯੂਜ਼ ਕਰਕੇ ਜਦੋਂ ਬੱਚਾ ਸਿੱਖਦਾ, ਠੀਕ ਹੈ, ਉਹ ਸਟੇਜ ਹੈਗੀ ਹੈ ਜੀ ਸੈਂਸਰੀ ਮੋਟਰ ਸਟੇਜ, ਜਿਹੜੀ ਹੁੰਦੀ ਹੈ ਆਪਣੇ ਕੋਲ ਬਰਥ ਤੋਂ 2 ਈਅਰ। ਜਦੋਂ ਬੱਚਾ ਸੈਂਸਸ ਨੂੰ ਯੂਜ਼ ਕਰਕੇ ਜਿਹੜਾ ਸਿੱਖਦਾ। ਨੈਕਸਟ 22 ਕੁਐਸਚਨ ਆ ਗਿਆ ਜੀ ਅਕੋਰਡਿੰਗ ਟੂ ਪਿਆਜੇਸ children's thinking differs in dash from adults then in dash। ਪਿਆਜ਼ੇ ਦੇ ਅਕੋਰਡਿੰਗ ਜਿਹੜੇ ਚਿਲਡਰਨ ਨੇ, ਬੱਚੇ ਨੇ, ਉਹ ਸੋਚਦੇ ਹੈ ਥਿੰਕਿੰਗ ਡਿਫਰ ਇਨ ਅਮਾਊਂਟ, ਕਾइंड, ਸਾਈਜ਼, ਕਰੈਕਟਨੈਸ, ਕਾइंड, ਅਮਾਊਂਟ, ਨਨ ਆਫ ਥੀਸ। ਇਹਦਾ ਕਰੈਕਟ ਆਨਸਰ ਹੈ ਜੀ ਡਿਫਰ ਇਨ ਕਾइंड ਫਰੋਮ ਐਡਲਟਸ ਦੈਨ ਇਨ ਅਮਾਊਂਟ। ਮਤਲਬ ਕਿ ਜਿਹੜੇ ਬੱਚੇ ਹੈ ਪਿਆਜ਼ੇ ਦੇ ਅਕੋਰਡਿੰਗ, ਮੰਨ ਲਓ ਕੋਈ ਵੀ ਚੀਜ਼ ਉਹਨਾਂ ਦੇ ਸਾਹਮਣੇ ਹੋ ਰਹੀ ਹੈ, ਕਹਿੰਦੇ ਮਤਲਬ ਕਿ ਡਿਫਰ ਇਨ ਕਾइंड, ਅਲੱਗ ਤਰੀਕੇ ਨਾਲ ਸੋਚਦੇ ਆ, ਅਲੱਗ ਪ੍ਰਕਾਰ ਦਾ ਸੋਚਦੇ ਆ। ਫਰੋਮ ਐਡਲਟਸ ਦੈਨ ਇਨ ਅਮਾਊਂਟ, ਮਾਤਰਾ, ਅਮਾਊਂਟ ਮਤਲਬ ਕਿ ਇਹ ਨਹੀਂ ਹੈਗਾ ਕਿ ਆਪਾਂ ਕਹਿ ਦਾਂਗੇ ਕਿ ਅਮਾਊਂਟ 'ਚ ਡਿਫਰ ਨੇ, ਪ੍ਰਕਾਰ ਅਲੱਗ ਹੈ, ਅਲੱਗ ਤਰੀਕੇ ਨਾਲ ਸੋਚਦੇ ਹੈ। ਅਮਾਊਂਟ ਇਕੁਅਲ ਹੈ, ਇਕੁਅਲ ਅਮਾਊਂਟ ਮੈਂ ਸੋਚਦੇ ਤਾਂ ਹੈਗੇ, ਆਪਣਾ ਬ੍ਰੇਨ ਦਾ ਯੂਜ਼ ਤਾਂ ਕਰਦੇ ਹੈ। ਤਾਂ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਕਾइंड, ਅਮਾਊਂਟ। ਉਮੀਦ ਹੈ ਤੁਹਾਨੂੰ ਜਿਹੜੇ MCQ ਕੁਐਸਚਨ ਜਿੰਨੇ ਅੱਜ ਕਰਵਾਏ ਆ ਸਮਝ ਲੱਗ ਗਏ ਹੋਣਗੇ।
ਠੀਕ ਹੈ। ਬਾਕੀ ਦੀਆਂ ਥਿਊਰੀਜ਼ ਦੇ ਰਿਲੇਟਡ MCQ ਕੁਐਸਚਨ ਆਪਾਂ ਨੈਕਸਟ ਵੀਡੀਓ 'ਚ ਲੈ ਕੇ ਆਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ, ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦਿਓ ਤਾਂ ਜਿਹੜੀ ਵੀ ਨਵੀਂ ਵੀਡੀਓ ਲੈ ਕੇ ਆਈ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਠੀਕ ਹੈ। ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡਾ ਪੜ੍ਹਾਇਆ ਤੁਹਾਨੂੰ ਸਮਝ ਆ ਰਿਹਾ ਹੈ, ਅਤੇ ਆਪਣੇ ਮਾਰਕਸ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਕਿੰਨੇ ਕੁ ਮਾਰਕਸ ਦਾ ਤੁਸੀਂ ਖੁਦ ਜਿਹੜਾ ਆਨਸਰ ਟਿਕ ਕੀਤਾ, ਕਿੰਨੇ ਤੁਹਾਡੇ ਕਰੈਕਟ ਹੈ। ਪਹਿਲਾਂ ਖੁਦ ਕੋਸ਼ਿਸ਼ ਕਰਿਓ, ਬਾਅਦ 'ਚ ਆਪਣਾ ਚੈੱਕ ਕਰ ਲਿਓ ਕਿ ਕਿੰਨੇ ਤੁਹਾਡੇ ਕਰੈਕਟ ਆਨਸਰ ਨੇ ਇਹਦੇ 'ਚੋਂ, ਠੀਕ ਹੈ। ਇਸ ਤਰੀਕੇ ਦੇ MCQ ਬੇਸਡ ਕੁਐਸਚਨ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲਣਗੇ। ਜਿਵੇਂ ਅਸੀਂ ਤਿਆਰੀ ਕਰਵਾ ਰਹੇ ਹਾਂ ਉਹਦੇ ਅਕੋਰਡਿੰਗ ਤਿਆਰੀ ਆਪਣੀ ਕਰਦੇ ਰਹੋ। ਅਤੇ ਆਪਣਾ ਦੇਖੋ, ਤੁਸੀਂ YouTube 'ਤੇ ਗੂਗਲ 'ਤੇ ਕਿਤੇ ਵੀ ਸਰਚ ਕਰਕੇ ਗਰੋਥ ਦੇ ਡਿਵੈਲਪਮੈਂਟ ਦੇ ਰਿਲੇਟਡ MCQ ਕੁਐਸਚਨ ਜਿਹੜੇ ਆਪਣਾ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਹੈ ਨਾ। ਤੁਸੀਂ ਵੱਧ ਤੋਂ ਵੱਧ ਆਪਣੀ ਪ੍ਰੈਕਟਿਸ ਵੀ ਕਰੋ। ਐਟਲੀਸਟ 10 ਕੁਐਸਚਨ ਜਿੰਨੇ ਕਿ ਮੈਂ ਕਰਵਾ ਰਹੀ ਹਾਂ ਉਹ ਵੀ ਠੀਕ ਹੈ। 5-10 ਕੁਐਸਚਨ ਆਪਣੇ ਐਕਸਟਰਾ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਉਹੀ ਕੁਐਸਚਨ ਪ੍ਰੈਕਟਿਸ ਕਰਿਓ ਜਿਹਦੇ ਰਿਲੇਟਡ ਆਪਾਂ ਨੇ ਪੜ੍ਹਿਆ ਹੋਇਆ, ਥਿਊਰੀ ਆਪਾਂ ਨੇ ਪੜ੍ਹੀ ਹੈ, ਠੀਕ ਹੈ। ਜਿੰਨਾ ਕੁ ਅਸੀਂ ਹੁਣ ਤੱਕ ਕਰਵਾਇਆ ਸੀ ਉਸ ਤਰੀਕੇ ਦਾ ਹੀ ਕਰਵਾਇਆ ਕਿ ਜਿਸ ਤਰੀਕੇ ਦਾ ਪੇਪਰ 'ਚ ਆ ਸਕਦਾ, ਠੀਕ ਹੈ। ਬਾਕੀ ਚੈਨਲ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।